ਵੈਲਕਮ ਟੂ ਮਲੂਕਾ ਆਈਐਸ। ਅੱਜ ਅਸੀਂ ਪੰਜਾਬੀ ਲਿਟਰੇਚਰ ਦੇ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ, ਜਿਹਦੇ ਨਾਲ ਜੁੜਿਆ ਸਵਾਲ ਹਰ ਵਾਰ ਪੰਜਾਬੀ ਲਿਟਰੇਚਰ ਆਪਸ਼ਨਲ ਦੇ ਵਿੱਚ ਅਸੀਂ ਦੇਖਦੇ ਹਾਂ। ਇਸ ਤੋਂ ਪਹਿਲਾਂ ਅਸੀਂ ਭਾਈ ਵੀਰ ਸਿੰਘ ਜੀ ਬਾਰੇ ਬਹੁਤ ਹੀ ਗਹਿਰਾਈ ਦੇ ਵਿੱਚ ਅਧਿਐਨ ਕਰ ਚੁੱਕੇ ਹਾਂ। ਅੱਜ ਅਸੀਂ ਪੰਜਾਬ ਦਾ ਜਿਹੜਾ ਅਲਬੇਲਾ ਸ਼ਾਇਰ ਹੈ ਪ੍ਰੋਫੈਸਰ ਪੂਰਨ ਸਿੰਘ, ਉਹਦੇ ਬਾਰੇ ਪੜ੍ਹਨ ਜਾ ਰਹੇ ਹਾਂ। ਠੀਕ ਹੈ, ਪ੍ਰੋਫੈਸਰ ਪੂਰਨ ਸਿੰਘ। ਹਰ ਵਾਰ ਤੁਸੀਂ ਦੇਖੋਗੇ ਕਿ ਯੂਪੀਐਸਸੀ ਮੇਨਸ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਨੂੰ ਲੈ ਕੇ ਸਵਾਲ ਜ਼ਰੂਰ ਪੁੱਛਿਆ ਜਾਂਦਾ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਵੀ ਕਿਸੇ ਵੀ ਆਥਰ ਨੂੰ ਤਿਆਰ ਕਰਨ ਲਈ ਪੰਜਾਬੀ ਲਿਟਰੇਚਰ ਆਪਸ਼ਨਲ 'ਚ ਸਾਨੂੰ ਇਸ ਗੱਲ ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਕਿ ਉਸ ਆਥਰ ਬਾਰੇ ਇੱਕ ਸਾਡੀ ਬੇਸਿਕ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ, ਥੋੜਾ ਬਹੁਤ ਜੀਵਨ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂ ਜੋ ਸਾਨੂੰ ਇੱਕ ਆਈਡੀਆ ਲੱਗ ਸਕੇ ਕਿ ਉਹਦੀ ਜਿਹੜੀ ਕਾਵ ਰਚਨਾ ਹੋਏਗੀ ਉਹਦੀ ਵਿਸ਼ਾ ਵਸਤੂ ਕੀ ਹੋਏਗੀ, ਹੈ ਨਾ। ਜੀਵਨ ਤੋਂ ਹੀ ਬਹੁਤ ਵੱਧ ਤੱਕ ਆਈਡੀਆ ਲੱਗ ਜਾਂਦਾ ਸਾਨੂੰ ਜ਼ਿਆਦਾਤਰ ਲੈਵਲ ਤੇ ਕਿ ਕਿਸ ਤਰ੍ਹਾਂ ਦੀ ਵਿਸ਼ਾ ਵਸਤੂ ਉਹਨਾਂ ਦੇ ਕਾਵ ਸੰਗ੍ਰਹਿ ਦੇ ਵਿੱਚ ਵੀ ਹੋਏਗੀ, ਹੈ ਨਾ। ਦੂਸਰਾ ਇੰਪੋਰਟੈਂਟ ਪੋਰਸ਼ਨ ਇਹ ਹੁੰਦਾ ਹੈਗਾ ਵੀ ਜਦੋਂ ਸਾਨੂੰ ਜੀਵਨ ਬਾਰੇ ਪਤਾ ਹੋਵੇ ਜਾਂ ਬੇਸਿਕ ਅੰਡਰਸਟੈਂਡਿੰਗ ਕਲੀਅਰ ਹੋਵੇ ਤਾਂ ਉਸ ਨੌਲੇਜ ਨੂੰ ਅਸੀਂ ਰਿਪਰੈਜ਼ੈਂਟ ਕਿੱਦਾਂ ਕਰਨਾ ਹੈਗਾ ਆਨਸਰ ਦੇ ਵਿੱਚ, ਇਸ ਤਰੀਕੇ ਨਾਲ ਕਿਸੇ ਵੀ ਆਥਰ ਨੂੰ ਅਸੀਂ ਤਿਆਰ ਕਰਨਾ ਹੈ ਨਾ। ਕੱਲ ਅਸੀਂ ਗੱਲ ਕੀਤੀ ਸੀ ਭਾਈ ਵੀਰ ਸਿੰਘ ਬਾਰੇ। ਤੁਹਾਨੂੰ ਮੈਂ ਇਹ ਵੀ ਦੱਸਿਆ ਸੀਗਾ ਕਿ ਭਾਈ ਵੀਰ ਸਿੰਘ ਜਿਹੜੇ ਨੇ ਉਹਨਾਂ ਦਾ ਮੱਧਕਾਲੀਨ ਜਿਹੜਾ ਪੰਜਾਬੀ ਸਾਹਿਤ ਆ, ਆਧੁਨਿਕ ਪੰਜਾਬੀ ਸਾਹਿਤ ਦੇ ਵਿੱਚ ਇੱਕ ਕੜੀ ਸੀ, ਹੈ ਨਾ, ਜੋੜਦੇ ਸੀ ਉਸ ਕੜੀ ਨੂੰ। ਉਸ ਤੋਂ ਬਾਅਦ ਭਾਈ ਵੀਰ ਸਿੰਘ ਜੀ ਤੋਂ ਬਾਅਦ ਜਿਹੜੀ ਰਹੱਸਵਾਦੀ ਪ੍ਰਵਿਰਤੀ ਹੈ ਉਹਨੂੰ ਅੱਗੇ ਤੋਰਨ ਦਾ ਕੰਮ ਪ੍ਰੋਫੈਸਰ ਪੂਰਨ ਸਿੰਘ ਨੇ ਕੀਤਾ। ਠੀਕ ਹੈ, ਸਭ ਤੋਂ ਪਹਿਲਾਂ ਇਹਨਾਂ ਬਾਰੇ ਥੋੜੀ ਜਿਹੀ ਬੇਸਿਕ ਅੰਡਰਸਟੈਂਡਿੰਗ ਲਈ ਜਾਣੋ ਚੀਜ਼ਾਂ। ਪਹਿਲੀ ਚੀਜ਼ ਇਹ, ਇਹਨਾਂ ਦਾ ਜਨਮ ਜਿਹੜਾ ਸੀ 1881 ਦੇ ਵਿੱਚ ਹੋਇਆ ਪਾਕਿਸਤਾਨ ਦੇ ਇੱਕ ਜ਼ਿਲ੍ਹੇ ਦੇ ਵਿੱਚ। ਤੇ ਉਸ ਤੋਂ ਬਾਅਦ ਜਿਹੜੀ ਮੇਨ ਚੀਜ਼ ਆ, ਇਹ ਜਾਪਾਨ ਚਲੇ ਗਏ ਐਜੂਕੇਸ਼ਨ ਲਈ। ਇਹਨਾਂ ਨੇ ਉੱਥੇ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕੀਤੀ ਤੇ ਜਦ ਇਹ ਜਾਪਾਨ ਗਏ ਉੱਥੇ ਬੌਧ ਧਰਮ ਦੇ ਅਨੁਯਾਈ ਬਣ ਗਏ। ਠੀਕ ਹੈ, ਉੱਥੇ ਉਸ ਤੋਂ ਬਾਅਦ ਇਹਨਾਂ ਦੇ ਜੀਵਨ ਦੇ ਵਿੱਚ ਸਵਾਮੀ ਜਿਹੜੇ ਰਾਮ ਤੀਰਥ ਆਏ ਤਾਂ ਇਹ ਕਿਤੇ ਨਾ ਕਿਤੇ ਵਿਦਾਂਤੀ ਬਣ ਗਏ। ਜਦੋਂ ਭਾਈ ਵੀਰ ਸਿੰਘ ਜੀ ਨਾਲ ਇਹਨਾਂ ਦੀ ਮੁਲਾਕਾਤ ਹੋਈ, ਵਾਪਸ ਇੰਡੀਆ ਆਏ ਤੇ ਇੱਕ ਸਿੱਖ ਕਾਨਫਰੰਸ ਦੇ ਵਿੱਚ ਭਾਈ ਵੀਰ ਸਿੰਘ ਜੀ ਨਾਲ ਮੁਲਾਕਾਤ ਹੋਈ। ਉਸ ਤੋਂ ਬਾਅਦ ਇਹ ਦੁਬਾਰਾ ਸਿੱਖ ਧਰਮ ਦੇ ਵਿੱਚ ਪਰਤੇ। ਇਸ ਤੋਂ ਕੀ ਅੰਦਾਜ਼ਾ ਲੱਗ ਰਿਹਾ? ਇਸ ਤੋਂ ਅੰਦਾਜ਼ਾ ਇਹ ਲੱਗ ਰਿਹਾ ਕਿ ਉਹਨਾਂ ਨੂੰ ਨਿੱਜੀ ਜੀਵਨ ਦੇ ਵਿੱਚ ਵੀ ਬੰਧਨਕਾਰੀ ਜੀਵਨ ਉਹਨਾਂ ਨੂੰ ਐਕਸੈਪਟ ਨਹੀਂ ਹੈਗਾ, ਬੰਧਨਕਾਰੀ ਜੀਵਨ ਉਹ ਪ੍ਰਵਾਨ ਨਹੀਂ ਕਰ ਰਹੇ ਹੈਗੇ, ਹੈ ਨਾ। ਜਦੋਂ ਅਸੀਂ ਨਿੱਜੀ ਜੀਵਨ ਦੇ ਵਿੱਚ ਇਹ ਸਮਝ ਜਾਂਦੇ ਹੈਗੇ ਆ, ਨਿੱਜੀ ਜੀਵਨ 'ਚ ਇਹ ਸਮਝ ਰਹੇ ਹਾਂ ਕਿ ਬੰਧਨਕਾਰੀ ਜੀਵਨ ਉਹਨਾਂ ਨੂੰ ਪਸੰਦ ਨਹੀਂ ਹੈਗਾ, ਤਾਂ ਕਵਿਤਾ ਦੇ ਵਿੱਚ ਇਸੇ ਚੀਜ਼ ਦਾ ਇਫੈਕਟ ਦਿਖੇਗਾ ਜਾਂ ਨਹੀਂ, ਹੈ ਨਾ। ਇਸੇ ਹੀ ਚੀਜ਼ ਦਾ ਇਫੈਕਟ ਉਹਨਾਂ ਦੀ ਕਾਵ ਰਚਨਾਵਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਜਾਂ ਨਹੀਂ ਮਿਲੇਗਾ। ਇਸੇ ਕਰਕੇ ਉਹਨਾਂ ਨੂੰ ਪੰਜਾਬ ਦਾ 6ਵਾਂ ਦਰਿਆ ਕਹਿੰਦੇ ਨੇ। ਬਹੁਤ ਹੀ ਇੰਪੋਰਟੈਂਟ ਟੌਪਿਕ ਤੁਸੀਂ ਦੇਖਿਓ ਪੰਜਾਬੀ ਲਿਟਰੇਚਰ ਦੇ ਵਿੱਚ ਜਿਹੜਾ ਕੁਐਸਚਨ ਪੁੱਛਿਆ ਗਿਆ ਵਾਰ-ਵਾਰ, ਪੰਜਾਬ ਦਾ 6ਵਾਂ ਦਰਿਆ ਪ੍ਰੋਫੈਸਰ ਪੂਰਨ ਸਿੰਘ ਨੂੰ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਉਹ ਜਦੋਂ ਜਿਹੜੀ ਕਵਿਤਾ ਲਿਖਦੇ ਨੇ ਕਿਸੇ ਨੇਮ ਨੂੰ ਪ੍ਰਵਾਨ ਨਹੀਂ ਕਰਦੇ ਹੋ, ਹੈ ਨਾ। ਉਹਨਾਂ ਦੀ ਕਵਿਤਾ ਦੇ ਵਿੱਚ ਤੁਸੀਂ ਪੜ੍ਹੋਗੇ ਉਹ ਆਪ ਲਿਖਦੇ ਨੇ ਕਿ ਪਾਗਲ ਜਿਹਾ ਵੇਸ਼ੀ ਜਿਹਾ ਇਹ ਚਾਹ ਮੇਰਾ, ਆਖੇ ਨਾ ਲੱਗਦਾ ਨੇਮਾ ਵਿੱਚ ਨਾ ਬਸਦਾ। ਮਤਲਬ ਉਹ ਸਿਰਖੰਡੀ ਛੰਦ ਦੇ ਵਿੱਚ, ਇੱਕ ਧਿਆਨ ਨਾਲ ਸੁਣਿਓ, ਇਹ ਉਹੀ ਛੰਦ ਹੈਗਾ ਜਿਹਦੇ ਵਿੱਚ ਤੁਸੀਂ ਦੇਖੋਗੇ ਭਾਈ ਵੀਰ ਸਿੰਘ ਜੀ ਨੇ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ, ਹੈ ਨਾ। ਰਾਣਾ ਸੂਰਤ ਸਿੰਘ ਜਿਹੜਾ ਉਹਨਾਂ ਦਾ ਮਹਾਕਾਵ ਆ, ਉਹਦੇ ਵਿੱਚ ਉਹਨਾਂ ਨੇ ਸਿਰਖੰਡੀ ਛੰਦ ਦੀ ਵਰਤੋਂ ਕੀਤੀ ਹੈਗੀ ਆ। ਇਸੇ ਚੀਜ਼ ਨੂੰ ਸਿਰਖੰਡੀ ਛੰਦ ਦਾ ਮਤਲਬ ਇਹ ਹੁੰਦਾ ਹੈਗਾ ਕਿ ਕਿਸੇ ਨੇਮ ਦਾ ਪਾਲਣ ਨਾ ਕਰਨਾ, ਕਵਿਤਾ ਦੀ ਕੋਈ ਤੇਲ ਤੁਕਾਂਤ ਵਾਲੀ ਕਵਿਤਾ ਨਹੀਂ ਲਿਖਣਾ। ਪ੍ਰੋਫੈਸਰ ਪੂਰਨ ਸਿੰਘ ਇਸ ਚੀਜ਼ ਨੂੰ ਲੈ ਕੇ ਸ਼ੁਰੂ ਤੋਂ ਹੀ ਕਲੀਅਰ ਸੀ। ਜਦ ਜਿਹੜੀ ਵੀ ਉਹਨਾਂ ਨੇ ਰਚਨਾ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਸੇ ਵੀ ਨਿਯਮ ਪਾਲਣਾ ਨੂੰ ਨਹੀਂ ਮੰਨਿਆ। ਠੀਕ ਹੈ, ਜਿਹੜਾ ਮੈਂ ਤੁਹਾਨੂੰ ਦੱਸ ਵੀ ਚੁੱਕਿਆ ਕਿ ਉਹ ਖੁਦ ਹੀ ਇਸ ਚੀਜ਼ ਨੂੰ ਬਿਆਨ ਕਰਦੇ ਨੇ ਕਿ ਮੈਨੂੰ ਇਹ ਪਸੰਦ ਨਹੀਂ ਹੈਗੀ ਕਿ ਮੈਨੂੰ ਕੋਈ ਰੋਕੇ। ਨਿੱਜੀ ਜੀਵਨ ਤੁਸੀਂ ਦੇਖਿਆ ਕਿਸ ਤਰ੍ਹਾਂ ਪਹਿਲਾਂ ਉਹ ਸਿੱਖ ਧਰਮ 'ਚ ਪੈਦਾ ਹੋਏ, ਬਟ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਬੌਧ ਧਰਮ ਨੂੰ ਅਪਣਾਇਆ, ਫਿਰ ਉਹ ਵਿਦਾਂਤੀ ਬਣ ਗਏ, ਫਿਰ ਵਾਪਸ ਸਿੱਖ ਧਰਮ ਦੇ ਵਿੱਚ ਪਰਤੇ। ਇਹਦਾ ਮਤਲਬ ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ, ਹੈ ਨਾ। ਪੰਜਾਬ ਦਾ 6ਵਾਂ ਦਰਿਆ ਉਹਨਾਂ ਨੂੰ ਕਿਉਂ ਕਹਿੰਦੇ ਨੇ? ਇੱਕ ਗੱਲ ਹੋਰ ਸਮਝ ਲਓ, ਕਿਉਂਕਿ ਉਹਨਾਂ ਦੀ ਜਿਹੜੀ ਕਵਿਤਾ ਉਹਦੇ ਵਿੱਚ ਜਿਹੜਾ ਵਹਾਅ, ਜਿਹੜਾ ਵੈਣ ਆ ਤੇ ਜਿਹੜੀ ਰਵਾਨਗੀ ਆ ਉਹ ਅਲੱਗ ਲੈਵਲ ਤੇ ਹੈ। ਜਿਵੇਂ ਕਿਸੇ ਵੀ ਦਰਿਆ ਦਾ ਪਾਣੀ ਆਪਣੇ ਰਾਹ ਦੇ ਵਿੱਚ ਆਉਂਦੇ ਹੋਏ ਪੱਥਰਾਂ ਨੂੰ ਚੱਕ ਵਗਾ ਕੇ ਮਾਰਦਾ, ਆਪਾਂ ਦੇਖਦੇ ਹਾਂ ਨਾ, ਉਸੇ ਤਰ੍ਹਾਂ ਦਾ ਜਿਹੜਾ ਵਹਾਅ ਉਹਨਾਂ ਦੀ ਕਵਿਤਾ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਇਸ ਕਰਕੇ ਪ੍ਰੋਫੈਸਰ ਪੂਰਨ ਸਿੰਘ ਨੂੰ ਪੰਜਾਬੀ ਸਾਹਿਤ ਦਾ 6ਵਾਂ ਦਰਿਆ ਵੀ ਕਹਿੰਦੇ ਨੇ ਜਾਂ ਪੰਜਾਬ ਦਾ 6ਵਾਂ ਦਰਿਆ ਵੀ ਕਹਿੰਦੇ ਨੇ, ਹੈ ਨਾ। ਇੱਕ ਕਨਸੈਪਟ ਇੱਥੇ ਕਲੀਅਰ ਹੋ ਗਿਆ। ਦੂਸਰਾ ਇੱਕ ਇੱਥੇ ਸਮਝਣ ਦੀ ਕੋਸ਼ਿਸ਼ ਦੇਖੋ, ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਰਹੱਸਵਾਦੀ, ਹੁਣ ਤੁਸੀਂ ਸੋਚੋ ਕਿ ਭਾਈ ਵੀਰ ਸਿੰਘ ਜੀ ਤੋਂ ਪ੍ਰਭਾਵਿਤ ਹੋਏ ਨੇ ਪ੍ਰੋਫੈਸਰ ਪੂਰਨ ਸਿੰਘ, ਹੈ ਨਾ। ਤੇ ਭਾਈ ਵੀਰ ਸਿੰਘ ਤੋਂ ਜਿਹੜਾ ਭਾਈ ਵੀਰ ਸਿੰਘ ਜੀ ਦੀ ਕਵਿਤਾ ਕੱਲ ਆਪਾਂ ਗੱਲ ਕੀਤੀ ਸੀਗੀ ਕਿ ਮੁੱਖ ਕੀ ਹੈ ਉਹਨਾਂ ਦੀ ਕਵਿਤਾ ਦਾ ਵਿਸ਼ਾ ਵਸਤੂ ਕੀ ਆ? ਸਿੱਖ ਰਹੱਸਵਾਦ,
ਉਹਨਾਂ ਦੀ ਕਵਿਤਾ ਦੇ ਵਿੱਚ ਸਿੱਖ ਰਹੱਸਵਾਦ ਸਾਨੂੰ ਦੇਖਣ ਨੂੰ ਮਿਲਦਾ ਜਾਂ ਨਹੀਂ, ਹੈ ਨਾ। ਦੋ ਹੀ ਉਹਨਾਂ ਦੀ ਕਵਿਤਾ ਦੇ ਮੁੱਖ ਲੱਛਣ ਸੀ, ਇੱਕ ਰਹੱਸਵਾਦੀ ਕਵਿਤਾ ਸੀ ਉਹਨਾਂ ਦੀ, ਦੂਸਰਾ ਉਹ ਕਿਤੇ ਨਾ ਕਿਤੇ ਕੁਦਰਤ ਦੇ ਕਵੀ ਵਜੋਂ ਵੀ ਯਾਦ ਕੀਤੇ ਜਾਂਦੇ ਨੇ। ਦੋਨੋਂ ਹੀ ਚੀਜ਼ਾਂ ਪ੍ਰੋਫੈਸਰ ਪੂਰਨ ਸਿੰਘ ਦੇ ਵਿੱਚ ਆਈਆਂ ਨੇ, ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਨੇ ਭਾਈ ਵੀਰ ਸਿੰਘ ਤੋਂ ਪ੍ਰਭਾਵਿਤ ਹੋਏ ਨੇ ਨਾ, ਤਾਂ ਇਹ ਚੀਜ਼ ਉਹਨਾਂ ਦੇ ਵਿੱਚ, ਉਹਨਾਂ ਦੀ ਕਵਿਤਾ ਦੇ ਵਿੱਚ ਵੀ ਆਉਣੀ ਲਾਜ਼ਮੀ ਸੀ, ਹੈ ਨਾ। ਸਿੱਖ ਰਹੱਸਵਾਦ ਜਿਹੜਾ ਹੈਗਾ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਵਿਤਾ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਪੰਛੀਆਂ ਮਾਨਸਰੋਵਰ ਨੂੰ ਜਾਣ ਵਾਲਾ, ਰਾਹ ਵਿੱਚ ਫੰਗ ਆਪਣੇ ਸੇੜ ਸੇੜ, ਇਹ ਪ੍ਰੋਫੈਸਰ ਪੂਰਨ ਸਿੰਘ ਖੁਦ ਲਿਖਦੇ ਨੇ। ਕਿਹੜੇ ਮਾਨਸਰੋਵਰ ਦੀ ਗੱਲ ਕਰ ਰਹੇ ਨੇ ਉਹ, ਹੈ ਨਾ। ਕੱਲ ਅਸੀਂ ਗੱਲ ਕੀਤੀ ਸੀਗੀ ਕਿ ਜਿਹੜਾ ਰਹੱਸਵਾਦ ਹੁੰਦਾ, ਜਿਹੜਾ ਰਹੱਸਵਾਦ ਹੁੰਦਾ ਉਹਦੇ ਵਿੱਚ ਪ੍ਰਭੂ ਦੀ ਹੋਂਦ ਉੱਤੇ ਅਟੱਲ ਵਿਸ਼ਵਾਸ ਕੀਤਾ ਜਾਂਦਾ, ਪ੍ਰਭੂ ਦੀ ਹੋਂਦ ਉੱਤੇ ਅਟੱਲ ਵਿਸ਼ਵਾਸ ਕਰਦਾ ਰਹੱਸਵਾਦੀ ਕਵੀ, ਹੈ ਨਾ। ਤੇ ਇੰਦਰਿਆਵੀ ਕਿਰਿਆਵਾਂ ਤੋਂ ਉੱਪਰ ਉੱਠ ਕੇ ਅਨੰਤ ਵਿੱਚ ਵਿਚਰਨ ਦੀ ਕੋਸ਼ਿਸ਼ ਕਰਦਾ ਜਿਹੜਾ ਰਹੱਸਵਾਦੀ ਕਵੀ ਹੁੰਦਾ। ਤੇ ਮੈਨੂੰ ਇੱਕ ਗੱਲ ਦੱਸੋ, ਜਿਹੜੇ ਮਾਨਸਰੋਵਰ ਦੀ ਗੱਲ ਪ੍ਰੋਫੈਸਰ ਪੂਰਨ ਸਿੰਘ ਕਰ ਰਹੇ ਨੇ ਉਹ ਵੀ ਤਾਂ ਅਨੰਤ ਵਿੱਚ ਵਿਚਰਨ ਦੀ ਗੱਲ ਕਰ ਰਹੇ ਨੇ। ਤੇ ਇਹਦਾ ਮਤਲਬ ਕੀ ਆ, ਉਹਨਾਂ ਦੀ ਕਵਿਤਾ ਦੇ ਵਿੱਚ ਵੀ ਸਾਨੂੰ ਰਹੱਸਵਾਦੀ ਅੰਸ਼ ਜਿਹੜਾ ਹੈਗਾ ਭਰਪੂਰ ਦੇਖਣ ਨੂੰ ਮਿਲਦਾ ਹੈ। ਤੇ ਇਹ ਗੱਲ ਆਮ ਤੌਰ ਤੇ ਪ੍ਰਵਾਨ ਵੀ ਕੀਤੀ ਜਾਂਦੀ ਹੈਗੀ ਹੈ ਕਿ ਭਾਈ ਵੀਰ ਸਿੰਘ ਤੋਂ ਬਾਅਦ ਰਹੱਸਵਾਦੀ ਪ੍ਰਵਿਰਤੀ ਨੂੰ, ਕਾਵ ਨੂੰ ਅੱਗੇ ਤੋਰਨ ਦਾ ਜਿਹੜਾ ਬੇੜਾ ਸੀਗਾ ਪ੍ਰੋਫੈਸਰ ਪੂਰਨ ਸਿੰਘ ਤੇ ਦੀਵਾਨ ਸਿੰਘ ਕਾਲੇ ਪਾਣੀ ਨੇ ਆਪਣੇ ਉੱਪਰ ਚੱਕਿਆ, ਹੈ ਨਾ। ਤੇ ਇੱਥੋਂ ਇਹ ਗੱਲ ਵੀ ਤੁਹਾਨੂੰ ਕਲੀਅਰ ਹੋ ਗਈ ਕਿ ਸਿੱਖ ਰਹੱਸਵਾਦ ਜਿਹੜਾ ਹੈਗਾ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਵਿਤਾ ਦੇ ਵਿੱਚ ਕਿਉਂ ਆਏਗਾ। ਜਦੋਂ ਭਾਈ ਵੀਰ ਸਿੰਘ ਤੋਂ ਇਫੈਕਟ ਹੋ ਰਹੇ ਨੇ ਤਾਂ ਉਹ ਆਉਣਾ ਲਾਜ਼ਮੀ ਹੈਗਾ, ਹੈ ਨਾ। ਤੇ ਕੁਦਰਤ ਨਾਲ ਪਿਆਰ ਜਿਹੜਾ ਹੈਗਾ, ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀਗਾ, ਜਿਹੜਾ ਵੀ ਰਹੱਸਵਾਦੀ ਕਵੀ ਹੋਏਗਾ ਨਾ, ਜਿਹੜਾ ਕਾਦਰ ਨੂੰ, ਕੁਦਰਤ ਨੂੰ ਕਾਦਰ ਦੀ ਕੁਦਰਤ ਸਮਝੇਗਾ, ਹੈ ਨਾ, ਉਹਨੂੰ ਇਹ ਲੱਗੇਗਾ ਕਿ ਪ੍ਰਮਾਤਮਾ ਜਿਹੜਾ ਹੈਗਾ ਉਹ ਰੋਮ ਰੋਮ ਦੇ ਵਿੱਚ ਵਸਿਆ ਹੋਇਆ ਹੈ। ਜਦੋਂ ਰੋਮ ਰੋਮ ਦੇ ਵਿੱਚ ਵਸਿਆ ਪ੍ਰਮਾਤਮਾ ਨੂੰ ਉਹ ਜਾਣੇਗਾ, ਸਮਝੇਗਾ। ਇਹਦਾ ਮਤਲਬ ਪ੍ਰਮਾਤਮਾ ਦੀ ਰਚੀ ਹੋਈ ਕੁਦਰਤ, ਪ੍ਰਮਾਤਮਾ ਦੀ ਰਚੀ ਹੋਈ ਸ੍ਰਿਸ਼ਟੀ ਜਿਹੜੀ ਹੈਗੀ ਆ ਉਹਨੂੰ ਬਹੁਤ ਚੰਗੀ ਲੱਗੇਗੀ, ਉਹਨੂੰ ਬਹੁਤ ਚੰਗੀ ਪ੍ਰਤੀਤ ਹੋਏਗੀ, ਅਤੇ ਉਹਦੀ ਕਵਿਤਾ ਦੇ ਵਿੱਚ ਉਹ ਉਸ ਕੁਦਰਤ ਦੀ ਸਿਫਤ ਕਰਦਾ ਪ੍ਰਤੀਤ ਹੁੰਦਾ ਹੋਏਗਾ ਤੁਹਾਨੂੰ, ਹੈ ਨਾ। ਕੋਈ ਵੀ ਰਹੱਸਵਾਦੀ ਕਵੀ ਕਿਤੇ ਨਾ ਕਿਤੇ ਕੁਦਰਤ ਨੂੰ ਟੌਪ ਤੇ ਰੱਖ ਕੇ ਫਿਰ ਆਪਣੀ ਕਵਿਤਾ ਦੀ ਰਚਨਾ ਕਰਦਾ ਹੈਗਾ। ਤੀਸਰੀ ਗੱਲ, ਜਿਹੜੇ ਪ੍ਰੋਫੈਸਰ ਪੂਰਨ ਸਿੰਘ ਨੇ ਉਹਨੂੰ ਪੰਜਾਬ ਤੇ ਪੰਜਾਬੀਅਤ ਦਾ ਕਵੀ, ਠੀਕ ਹੈ, ਤੁਸੀਂ ਬਹੁਤ ਵਾਰ ਦੇਖਿਆ ਹੋਣਾ ਦਾ ਬੁਲਾਰਾ ਕਵੀ। UPSC ਨੇ ਕਿੰਨੀ ਵਾਰ ਇਹ ਕੁਐਸਚਨ ਰਿਪੀਟ ਕੀਤਾ ਹੈਗਾ ਕਿ ਪ੍ਰੋਫੈਸਰ ਪੂਰਨ ਸਿੰਘ ਨੂੰ ਪੰਜਾਬ ਅਤੇ ਪੰਜਾਬੀਅਤ ਦਾ ਬੁਲਾਰਾ ਕਵੀ ਕਿਉਂ ਕਿਹਾ ਜਾਂਦਾ ਹੈ, ਜਾਂ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਵਿਤਾ ਦੇ ਵਿੱਚ ਪੰਜਾਬ ਤੇ ਪੰਜਾਬੀਅਤ ਦਾ ਸੰਕਲਪ ਦੱਸੋ, ਹੈ ਨਾ। ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਦੇਖੋ ਜਿਹੜੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ, ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਵਿਤਾ ਜਿਹੜੀ ਹੈਗੀ ਆ ਉਹਦੇ ਵਿੱਚ ਪੰਜਾਬ ਦੇ ਮੈਦਾਨਾਂ ਦੀ ਖੁੱਲ੍ਹ ਦਿਖਦੀ ਹੈ ਨਾ। ਉਹਨਾਂ ਦੀ ਕਵਿਤਾ ਵਿੱਚ ਸਰੋਂ ਦੇ ਫੁੱਲਾਂ ਦੀ, ਜਿਹੜੇ ਸਰੋਂ ਦੇ ਖੇਤ ਨੇ ਉਹਨਾਂ ਦੀ ਮਹਿਕ ਦਿਖਦੀ ਪ੍ਰਤੀਤ ਹੁੰਦੀ ਹੈ ਨਾ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਵਿਤਾ ਤੁਹਾਨੂੰ ਦੇਖਣ ਨੂੰ ਮਿਲੇਗੀ। ਤੇ ਨਾਲ ਉਹਨਾਂ ਦੀ ਕਵਿਤਾ ਵਿੱਚ ਜਿਹੜੇ ਪੰਜੇ ਦਰਿਆ ਨੇ ਉਹਨਾਂ ਦੀ ਬੇਪਰਵਾਹ ਜਿਹੜੀ ਰਵਾਨਗੀ ਆ, ਹੈ ਨਾ, ਬੇਪਰਵਾਹ ਜਿਹੜਾ ਵਹਿਣ ਆ ਉਹਨਾਂ ਦੀ ਦਰਿਆਵਾਂ ਦਾ, ਉਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਵਿਤਾ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਇੱਦਾਂ ਦੀ ਕੋਟੇਸ਼ਨ ਜਿਹੜੀ ਹੈਗੀ ਆ ਤੁਸੀਂ ਆਨਸਰ ਰਾਈਟਿੰਗ 'ਚ ਤੁਹਾਨੂੰ ਯੂਜ਼ ਕਰਨੀ ਚਾਹੀਦੀ ਹੈ। ਜਿਹੜੀ ਕਲਾਸਿਸ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ ਵਿੱਚ ਮੈਂ ਤੁਹਾਨੂੰ ਇੰਟਰੋਡਕਸ਼ਨ ਤੇ ਕਨਕਲੂਜਨ ਨੂੰ ਲੈ ਕੇ ਇੱਥੋਂ ਤੱਕ ਪ੍ਰਿਪੇਅਰ ਕਰ ਦੇਣਾ ਵੀ ਕਿਸੇ ਆਥਰ ਦੀ ਇੰਟਰੋਡਕਸ਼ਨ ਕਿੱਦਾਂ ਲਿਖਣੀ ਹੈ, ਤਾਂ ਕਿ ਐਗਜ਼ਾਮੀਨਰ ਪੜ੍ਹਦੇ ਹੀ ਨਾਲ ਉਸ ਚੀਜ਼ ਨੂੰ ਸਮਝ ਜੇ, ਹੈ ਨਾ। ਕਨਕਲੂਜਨ ਕਿੱਦਾਂ ਲਿਖਣਾ ਹੈਗਾ, ਇਹ ਹਰ ਇੱਕ ਆਥਰ ਲਈ ਅਸੀਂ ਇਸ ਚੀਜ਼ ਤੇ ਖਾਸ ਤੌਰ ਤੇ ਕਲਾਸ ਦੇ ਵਿੱਚ ਕੰਮ ਕਰਦੇ ਰਵਾਂਗੇ, ਹੈ ਨਾ। ਮੈਂ ਇਹ ਚਾਹੁੰਦਾ, ਦੇਖੋ ਕਿਸੇ ਵੀ ਆਥਰ ਨੂੰ, ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ, ਇੱਕ ਤਾਂ ਕਲੈਰਿਟੀ ਰੱਖੋ, ਕਿਉਂਕਿ 150 ਵਰਡ ਤੇ 250 ਵਰਡ 'ਚ ਲਿਖਣਾ ਹੈ, ਜ਼ਿਆਦਾ ਵਰਡ ਨਹੀਂ ਹੈਗੇ। ਇੱਕ ਦੋ ਕੋਟੇਸ਼ਨਸ ਉਹਨਾਂ ਬਾਰੇ ਪਤਾ ਹੋਣੀਆਂ ਚਾਹੀਦੀਆਂ ਨੇ ਜਿਹੜੇ ਕਿਸੇ ਹੋਰ ਆਥਰ ਨੇ ਉਹਨਾਂ ਬਾਰੇ ਲਿਖੀ। ਦੂਸਰਾ, ਉਹਨਾਂ ਦੀ ਕਵਿਤਾ ਦੇ ਕੁਝ ਉਦਾਹਰਣ ਸਾਨੂੰ ਪਤਾ ਹੋਣੇ ਚਾਹੀਦੇ ਨੇ। ਜਿਵੇਂ ਪੰਜਾਬ ਤੇ ਪੰਜਾਬੀਅਤ ਦਾ ਕਵੀ ਕਿਉਂ, ਦੇਖੋ ਪ੍ਰੋਫੈਸਰ ਪੂਰਨ ਸਿੰਘ ਖੁਦ ਕਹਿੰਦੇ ਨੇ, ਆ ਵੀਰਾ ਰਾਂਝਿਆ, ਆ ਭੈਣੇ ਹੀਰੇ, ਸਾਨੂੰ ਛੱਡ ਨਾ ਜਾਵੋ, ਬਿਨਾਂ ਤੁਸੀਂ ਅਸੀਂ ਸਖਣੇ, ਹੈ ਨਾ। ਤੇ ਕਹਿਣ ਦਾ ਮਤਲਬ ਉਹ ਕਹਿੰਦੇ ਆ ਵੀ ਉਹ ਆਵਾਜ਼ਾਂ ਮਾਰ ਰਹੇ ਆ ਹੀਰ ਤੇ ਰਾਂਝੇ ਨੂੰ, ਹੈ ਨਾ। ਪੰਜਾਬ ਦੀ ਗੱਲ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੀ, ਪੰਜਾਬ ਦੀ ਕਲਚਰ 'ਚ ਹੈਗੀ ਇਹ ਗੱਲ ਜਾਂ ਨਹੀਂ ਹੈਗੀ। ਇੱਥੋਂ ਹੀ ਪ੍ਰੋਫੈਸਰ ਪੂਰਨ ਸਿੰਘ ਦਾ ਰੋਮਾਂਸਵਾਦੀ ਜਿਹੜਾ ਹੈਗਾ, ਰੋਮਾਂਸਵਾਦ ਕਾਵ ਵੀ ਉਹਨਾਂ ਦਾ ਝਲਕਦਾ ਪ੍ਰਤੀਤ ਹੁੰਦਾ, ਹੈ ਨਾ। ਰੋਮਾਂਸਵਾਦੀ ਕਾਵ ਪ੍ਰਵਿਰਤੀ ਵੀ ਕਿਤੇ ਨਾ ਕਿਤੇ ਉਹਨਾਂ ਦੀ ਕਵਿਤਾ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਇਸ ਕੋਟੇਸ਼ਨ ਨੂੰ ਲੈ ਕੇ, ਠੀਕ ਹੈ। ਇੱਦਾਂ ਤੁਸੀਂ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ, ਫਿਰ ਅੱਗੇ ਤੁਸੀਂ ਦੇਖੋਗੇ ਪ੍ਰੋਫੈਸਰ ਪੂਰਨ ਸਿੰਘ ਖੁਦ ਲਿਖਦੇ ਨੇ, ਇਹ ਬੇਪਰਵਾਹ ਪੰਜਾਬ ਦੇ ਮੌਤ ਨਾਲ ਮਖੌਲਾਂ ਕਰਨ, ਹੈ ਨਾ, ਜਾਨ ਤੱਕ ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਤੱਕ ਆਪਣੀ ਵਾਰ ਦਿੰਦੇ, ਪਰ ਟਹਿ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਡਾਰ ਕੇ,
ਹੈ ਨਾ। ਇਦਾਂ ਦੀ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਦੀ। ਹੁਣ ਤੁਸੀਂ ਦੇਖੋ ਜਦੋਂ ਤੁਸੀਂ ਆਨਸਰ ਲਿਖਣਾ ਕਿ ਪੰਜਾਬ ਤੇ ਪੰਜਾਬੀਅਤ ਦਾ ਕਵੀ ਪ੍ਰੋਫੈਸਰ ਪੂਰਨ ਸਿੰਘ, ਇਦਾਂ ਦੀ ਕੋਟੇਸ਼ਨ ਜਿਹੜਾ ਐਗਜ਼ਾਮਪਲ ਆ ਉਹ ਲਿਖੋਗੇ ਜਾਂ ਨਹੀਂ ਲਿਖੋਗੇ? ਸਿਰਫ ਇੱਕ ਜਾਂ ਦੋ, ਸਾਨੂੰ ਮੈਕਸਿਮਮ ਇੱਕ ਜਾਂ ਦੋ ਹਰ ਸਬਜੈਕਟ ਨੂੰ ਲੱਗੇ। ਦੇਖੋ ਪ੍ਰੋਫੈਸਰ ਪੂਰਨ ਸਿੰਘ ਨੂੰ ਲੈ ਕੇ ਮੈਂ ਤੁਹਾਨੂੰ ਕੀ ਚੀਜ਼ ਦੱਸੀ ਹੈ, ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਰਹੱਸਵਾਦੀ ਕਵੀ, ਠੀਕ ਹੈ, ਰਹੱਸਵਾਦੀ ਕਵੀ। ਅਗਰ यूपीएससी क्वेश्चन ਪੁੱਛਦਾ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ ਲੈ ਕੇ ਰਹੱਸਵਾਦੀ ਅੰਸ਼, ਸਾਨੂੰ ਮੈਕਸਿਮਮ ਇੱਕ ਜਾਂ ਦੋ ਐਗਜ਼ਾਮਪਲਸ ਪਤਾ ਹੋਣੀਆਂ ਚਾਹੀਦੀਆਂ ਨੇ ਤੇ ਇੰਟਰੋਡਕਸ਼ਨ ਅਸੀਂ ਰਹੱਸਵਾਦ ਨਾਲ ਜੋੜ ਕਰ ਉੱਥੇ ਕਰ ਸਕੀਏ। ਦੂਸਰਾ ਦੇਖੋ, ਜਦੋਂ ਪ੍ਰੋਫੈਸਰ ਪੂਰਨ ਸਿੰਘ ਨੂੰ ਲੈ ਕੇ यूपीएससी क्वेश्चन ਪੁੱਛੇ ਪੰਜਾਬ ਦਾ 6ਵਾਂ ਦਰਿਆ, ਠੀਕ ਹੈ, ਪੰਜਾਬ ਦਾ 6ਵਾਂ ਦਰਿਆ, ਤਾਂ ਸਾਨੂੰ ਥੋੜਾ ਬਹੁਤ ਇਹਦੇ ਬਾਰੇ ਆਈਡੀਆ ਹੋਣਾ ਚਾਹੀਦਾ ਵੀ ਇਹਦੀ ਇੰਟਰੋਡਕਸ਼ਨ ਥੋੜੀ ਜਿਹੀ ਡਿਫਰੈਂਟ, ਜ਼ਿਆਦਾ ਚੇਂਜ ਨਹੀਂ ਹੋਏਗਾ, ਥੋੜੀ ਜਿਹੀ ਡਿਫਰੈਂਟ ਹੋ ਜਾਏਗੀ ਤੇ ਨਾਲ ਅਸੀਂ ਇੱਕ ਦੋ ਕੋਟੇਸ਼ਨ ਪੰਜਾਬ ਬਾਰੇ ਲਿਖ ਕੇ ਉਹਨਾਂ ਨੂੰ ਦੱਸ ਦਾਂਗੇ, ਹੈ ਨਾ। ਜਿਵੇਂ ਮੈਂ ਤੁਹਾਨੂੰ ਹੁਣੇ ਦੋਨੋਂ ਐਗਜ਼ਾਮਪਲ ਦਿੱਤੀਆਂ ਨੇ, ਮੈਕਸਿਮਮ ਦੋ ਐਗਜ਼ਾਮਪਲ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਤੁਹਾਡਾ ਆਨਸਰ ਕੰਪਲੀਟ ਹੋ ਜਾਏਗਾ। ਤੀਸਰਾ ਤੁਸੀਂ ਇਹ ਸੋਚ ਕੇ ਦੇਖੋ, ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਕਿ ਉਹਨਾਂ ਨੂੰ ਪੰਜਾਬ ਦੇ ਪੰਜਾਬੀਅਤ ਦਾ ਬੁਲਾਰਾ ਕਵੀ ਕਿਉਂ ਕਹਿੰਦੇ ਨੇ। 3 ਤੋਂ ਜ਼ਿਆਦਾ ਕੁਐਸਚਨ ਪ੍ਰੋਫੈਸਰ ਪੂਰਨ ਸਿੰਘ ਨੂੰ ਲੈ ਕੇ ਨਹੀਂ ਪੁੱਛੇ ਗਏ। ਇੱਕ ਰੂਪਕ ਪੱਖ ਵਜੋਂ ਕੁਐਸਚਨ ਪੁੱਛਿਆ ਗਿਆ ਸੀਗਾ ਅੱਜ ਤੋਂ 3-4 ਸਾਲ ਪਹਿਲਾਂ, ਉਹ ਵੀ ਅਸੀਂ ਕਲਾਸ ਦੇ ਵਿੱਚ ਕੰਪਲੀਟ ਕਰ ਲਾਂਗੇ, ਕਿਉਂਕਿ ਕਲਾਸ ਦੇ ਵਿੱਚ ਨਾ ਰੂਪਕ ਪੱਖ ਜਿਹੜਾ ਹੈਗਾ ਉਹ ਕਲਾਸ ਦੇ ਵਿੱਚ ਵਿਦ ਐਗਜ਼ਾਮਪਲ ਜਾਣਨਾ ਬਹੁਤ ਜ਼ਰੂਰੀ ਹੈ। ਬਟ ਅਦਰਵਾਈਜ਼ ਤੁਸੀਂ ਦੇਖੋਗੇ ਤਾਂ 3 ਤਰੀਕੇ ਦੇ ਸਵਾਲ ਪੁੱਛੇ ਗਏ ਨੇ ਤੇ ਤਿੰਨੋਂ ਤਰੀਕੇ ਦੇ ਸਵਾਲ ਤੁਹਾਨੂੰ ਮੈਂ ਕਾਫੀ ਹੱਦ ਤੱਕ ਇਸ ਵੀਡੀਓ 'ਚ ਕਲੀਅਰ ਕਰਤੇ ਨੇ। ਐਦਾਂ ਹੀ ਅਸੀਂ ਕਲਾਸ ਦੇ ਵਿੱਚ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ। ਐਦਾਂ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੀ ਕਲਾਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਕਿਸ ਟੌਪਿਕ ਵਾਈਜ਼ ਜਿਹੜਾ ਹੈਗਾ ਆਥਰ ਸਾਰੇ ਕੰਪਲੀਟ ਕਰ ਲਈਏ। ਹਰ ਆਥਰ ਦੇ ਵਿੱਚ ਸਾਡੀ ਇੰਟਰੋਡਕਸ਼ਨ ਕਾ ਅੱਛੇ ਪ੍ਰੋਪਰ ਪ੍ਰਿਪੇਅਰ ਹੋ ਜੇ। ਆਨਸਰ ਰਾਈਟਿੰਗ ਅਸੀਂ ਪਹਿਲੇ ਦਿਨ ਤੋਂ ਕਰਾਂਗੇ, ਠੀਕ ਹੈ। ਸਾਨੂੰ ਇਹ ਧਿਆਨ 'ਚ ਰੱਖਣਾ ਪਏਗਾ ਕਿ ਦੇਖੋ ਕੰਟੈਂਟ ਜ਼ਿਆਦਾ ਹੋਣ ਦਾ ਮੈਟਰ ਨਹੀਂ ਹੈਗਾ, ਕਿਉਂਕਿ ਲਿਖਣਾ ਤਾਂ ਉੱਥੇ 150 ਤੇ 250 ਵਰਡ ਦੇ ਵਿੱਚ ਆ। ਇੰਨਾ ਕੋ ਕੰਟੈਂਟ ਹੋਣਾ ਚਾਹੀਦਾ, ਉਹਨੂੰ ਪ੍ਰੋਪਰ ਉੱਦਾਂ ਨਿਹਾਰ ਕੇ ਇੱਕ ਬਹੁਤ ਹੀ ਵਧੀਆ ਇੰਟਰੋਡਕਸ਼ਨ ਫਾਰਮ ਦੇ ਵਿੱਚ, ਕਨਕਲੂਜਨ ਫਾਰਮ ਦੇ ਵਿੱਚ ਅਸੀਂ ਉਸ ਨੂੰ ਬਿਆਨ ਕਰ ਸਕੀਏ। ਇਹ ਬੈਸਟ ਹੋਣਾ ਚਾਹੀਦਾ। ਇਹ ਵਰਕ ਅਸੀਂ ਜ਼ਿਆਦਾ ਕਰਨਾ ਹੈਗਾ, ਕਲਾਸਿਸ ਦੇ ਵਿੱਚ ਵੀ ਅਸੀਂ ਕਰਾਂਗੇ ਤੇ ਜਿਹੜੇ ਵੀ ਬੱਚੇ ਪੰਜਾਬੀ ਨੂੰ ਤਿਆਰ ਕਰਨ ਉਹ ਇਸ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖਣ, ਠੀਕ ਹੈ। ਤੇ ਪ੍ਰੋਫੈਸਰ ਪੂਰਨ ਸਿੰਘ ਨੂੰ ਲੈ ਕੇ ਮੈਨੂੰ ਲੱਗਦਾ ਹੈ ਤਿੰਨੋਂ ਚਾਰੋਂ ਚੀਜ਼ਾਂ ਤੁਹਾਨੂੰ ਬਹੁਤ ਹੀ ਪ੍ਰੋਪਰ ਤਰੀਕੇ ਨਾਲ ਕਲੀਅਰ ਹੋ ਗਈਆਂ ਹੋਣਗੀਆਂ। ਮਿਲਦੇ ਹਾਂ ਅਗਲੀ ਵੀਡੀਓਜ਼, ਤਦੋਂ ਤੱਕ ਆਪਣੀ ਤਿਆਰੀ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ। ਬਹੁਤ ਬਹੁਤ ਧੰਨਵਾਦ।